ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਟ੍ਰਿਬਿਊਨ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਅਤੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਬੜੀ ਮਿਹਰਬਾਨੀ ਆਤਿਸ਼ ਜੀ। ਭੁੱਲਰ ਸਾਹਿਬ, ਜਿਵੇਂ ਪੰਜਾਬ ਸਰਕਾਰ ਨੇ ਕਰੋਨਾ ਮਹਾਮਾਰੀ ਨਾਲ ਨਿਪਟਣ ਲਈ ਕੱਲ੍ਹ ਲੰਘੇ ਦਿਨੀ ਪੰਜਾਬ ਕੈਬਨਿਟ ਦੇ ਵਿੱਚ ਸਿਹਤ ਵਿਭਾਗ ਦੇ ਵਿੱਚ 4200 ਸਮਥਿੰਗ ਪੋਸਟਾਂ ਜਿਹੜੀਆਂ ਹੈਗੀਆਂ ਕੱਢਣ ਦਾ ਫੈਸਲਾ ਕੀਤਾ ਹੈ। ਤੁਹਾਨੂੰ ਨਹੀਂ ਲੱਗਦਾ ਵੀ ਕਿ ਪੰਜਾਬ ਦੀਆਂ ਜਿਹੜੀ ਵਿਧਾਨ ਸਭਾ ਚੋਣਾਂ ਉਹਨਾਂ ਨੂੰ 1.5 ਸਾਲ ਰਹਿ ਗਿਆ, ਸਰਕਾਰ ਸਿਹਤ ਵਿਭਾਗ ਦੇ ਵਿੱਚ ਜਿਹੜੀ ਹੈਗੀਆਂ ਆਪਣੀਆਂ ਅਸਾਮੀਆਂ ਪੂਰੀਆਂ ਕਰਨ ਦੇ ਨਾਲ ਨਾਲ ਘਰ ਘਰ ਰੁਜ਼ਗਾਰ ਦਾ ਜਿਹੜਾ ਆਪਣਾ ਸਟੰਟ ਹੈ ਉਹ ਵੀ ਨਾਲ ਨਾਲ ਖੇਡਣਾ ਚਾਹ ਰਹੀ ਹੈ? ਆਤਿਸ਼, ਤੁਸੀਂ ਬਿਲਕੁਲ ਦੁਰਸਤ ਕਿਹਾ ਹੈਗਾ ਕਿ ਜਿਹੜੀ ਅੱਜ ਕੈਬਨਿਟ ਨੇ ਕੱਲ੍ਹ ਪਾਸ ਕੀਤੀਆਂ ਹੈਗੀਆਂ ਨੇ ਸਿਹਤ ਕਰਮੀਆਂ ਦੀਆਂ 4200 ਦੇ ਕਰੀਬ ਜਿਹੜੀਆਂ ਪੋਸਟਾਂ ਹੈਗੀਆਂ ਨੇ, ਉਹਦੇ ਵਿੱਚ ਕਿਹਾ ਤਾਂ ਇਹੀ ਗਿਆ ਕਿ ਕੋਵਿਡ ਦੀ ਜਿਹੜੀ ਮਹਾਮਾਰੀ ਹੈ ਉਹਦੇ ਨਾਲ ਨਜਿੱਠਣ ਦੇ ਲਈ ਇਹ ਜਿਹੜੀਆਂ ਅਸਾਮੀਆਂ ਅਸੀਂ ਪ੍ਰਕਾਸ਼ਿਤ ਫੌਰੀ ਸਾਨੂੰ ਇਸ ਚੀਜ਼ ਦੀ ਲੋੜ ਹੈ ਇਹਨਾਂ ਅਸਾਮੀਆਂ ਨੂੰ ਭਰਨ ਦੀ। ਪਰ ਕਿਤੇ ਨਾ ਕਿਤੇ ਸਰਕਾਰ, ਕਿਉਂਕਿ ਹੁਣ ਕਾਫੀ ਟਾਈਮ ਸਭਾ 3 ਸਾਲ ਦੇ ਕਰੀਬ ਹੈ ਜਿਹੜੀ ਉਹ ਪੂਰਾ ਕਰ ਚੁੱਕੀ ਹੈ, ਅਤੇ ਸਰਕਾਰ ਨੂੰ ਇਹ ਵੀ ਅਸੀਂ ਲੋਕਾਂ ਨਾਲ ਪ੍ਰੋਮਿਸ ਕੀਤਾ ਹੈ ਘਰ ਘਰ ਰੁਜ਼ਗਾਰ ਦਾ, ਉਸ ਨੂੰ ਹੁਣ ਕਿਸੇ ਨਾ ਕਿਸੇ ਜਿਹੜੀ ਉਹ ਰੁਜ਼ਗਾਰ ਬਾਰੇ ਪੋਰਟਲੀ ਹੈ ਉਸ ਨੂੰ ਇਹਨਾਂ ਨੇ ਖੋਲ੍ਹਿਆ, ਜਿਹਦੇ ਤਹਿਤ ਤਾਂ ਮੇਰੀ ਯਾਦ ਹੈ ਕਿ ਜਿਸ ਟਾਈਮ ਪਿਛਲੀਆਂ 2017 ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਜਦੋਂ ਵੀ ਇਲੈਕਸ਼ਨ ਕੰਪੇਨ 'ਤੇ ਜਾਂਦੇ ਸੀ ਤਾਂ ਇਹਨਾਂ ਨੇ ਜਦੋਂ ਘਰ ਘਰ ਰੁਜ਼ਗਾਰ ਦਾ ਨਾਅਰਾ ਦਿੱਤਾ ਸੀ ਤਾਂ ਇਹ ਖੁਦ ਇਹ ਗੱਲ ਐਡਮਿਟ ਕਰਦੇ ਸੀ ਕਿ ਪੰਜਾਬ ਦੇ ਵਿੱਚ ਕਰੀਬ 30 ਲੱਖ ਜਿਹੜੇ ਨੌਜਵਾਨ ਹੈ ਜਿਹੜੇ ਬੇਰੁਜ਼ਗਾਰ ਨੇ, ਸੜਕਾਂ 'ਤੇ ਨੇ, ਅਤੇ ਅਸੀਂ ਆਉਂਦੇ 5 ਸਾਲਾਂ ਦੇ ਵਿੱਚ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਹਰ ਇੱਕ ਘਰ ਨੂੰ ਇੱਕ ਇੱਕ ਨੌਕਰੀ ਦੇਵਾਂਗੇ। ਤਾਂ ਇੱਕ ਆਪਾਂ ਮੋਟੇ ਲਿਹਾਜ਼ ਨਾਲ ਦੇਖੀਏ ਤਾਂ ਪੰਜਾਬ ਦੇ ਵਿੱਚ 55 ਲੱਖ ਦੇ ਕਰੀਬ ਜਿਹੜੇ ਟੋਟਲ ਘਰ ਨੇ ਜਾਂ ਪਰਿਵਾਰ ਕਹਿ ਲਈਏ, ਤਾਂ ਉਸ ਲਿਹਾਜ਼ ਨਾਲ ਜੇ ਆਪਾਂ ਉਹ ਯਕੀਨ ਮੰਨੀਏ ਕਿ ਘਰ ਘਰ ਨੌਕਰੀ ਦੇਣੀ ਹੈ ਤਾਂ ਡੇਲੀ ਵੀ ਸਰਕਾਰ ਜੇ 3000 ਨੌਕਰੀਆਂ ਔਸਤਨ ਡੇਲੀ ਦੇਵੇ ਤਾਂ ਉਹ ਆਪਣਾ ਟਾਰਗੇਟ ਹੈ ਜਿਹੜਾ ਉਹ ਪੂਰਾ ਕਰਦੀ ਹੈ। ਹਾਲਾਂਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਜਿਹੜੀਆਂ ਹੈਗੀਆਂ ਅਸਾਮੀਆਂ ਹੈ ਉਹ ਖਾਲੀ ਪਈਆਂ ਨੇ, ਪਰ ਅੱਜ ਤੱਕ ਸਰਕਾਰ ਨੇ ਉਹਨਾਂ ਨੂੰ ਭਰਨ ਦਾ ਕੋਈ ਉਪਰਾਲਾ ਨਹੀਂ ਕੀਤਾ। ਜਿਵੇਂ ਤੁਸੀਂ ਦੇਖੋ, ਸਭ ਤੋਂ ਵੱਧ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ 85,000 ਤਾਂ ਉਹ ਨੌਜਵਾਨ ਨੇ ਜਿਨ੍ਹਾਂ ਨੇ ਟੈਟ ਪਾਸ ਕੀਤਾ ਹੋਇਆ ਹੈ, ETT ਵਾਲੇ ਨੇ, BEd ਵਾਲੇ ਨੇ, ਪਰ ਇਹਨਾਂ ਦੇ ਵਿੱਚੋਂ ਸਰਕਾਰ ਨੇ ਹਾਲੇ ਤੱਕ ਮੋਟਾ ਜਿਹਾ ਦੇਖੀਏ ਤਾਂ 5500 ਦੇ ਕਰੀਬ ਮੁੰਡਿਆਂ ਨੂੰ ਜਿਹੜਾ ਰੁਜ਼ਗਾਰ ਦਿੱਤਾ ਹੈਗਾ। ਪੰਜਾਬ ਦੇ ਵਿੱਚ ਤਕਰੀਬਨ 51 ਸਰਕਾਰੀ ਕਾਲਜ ਨੇ, 51 ਸਰਕਾਰੀ ਕਾਲਜਾਂ ਦੇ ਵਿੱਚ ਟੋਟਲ ਜਿਹੜੀਆਂ ਪੋਸਟਾਂ ਬਣਦੀਆਂ 1850 ਲੈਕਚਰਾਰ ਦੀਆਂ ਜਿਹੜੀਆਂ ਪ੍ਰਵਾਨਿਤ ਪੋਸਟਾਂ ਹੈਗੀਆਂ ਨੇ, ਪਰ ਉਹਨਾਂ ਦੇ ਵਿੱਚੋਂ 1450 ਪੋਸਟਾਂ ਜਿਹੜੀਆਂ ਅਸਾਮੀਆਂ ਉਹਨਾਂ 'ਤੇ ਅਜੇ ਤੱਕ ਰੈਗੂਲਰ ਭਰਤੀ ਨਹੀਂ ਹੋਈ। ਤੁਸੀਂ ਹੈਰਾਨ ਹੋਵੋਗੇ ਕਿ 96 ਤੋਂ ਬਾਅਦ ਸਰਕਾਰ ਨੇ ਕਿਸੇ ਵੀ ਕਾਲਜ ਕੋਈ ਰੈਗੂਲਰ ਭਰਤੀ ਹੀ ਨਹੀਂ ਕੀਤੀ। ਇਸ ਤਰ੍ਹਾਂ ਹੋਰ ਮਹਿਕਮੇ ਨੇ ਜਿੱਥੇ ਅਲੱਗ-ਅਲੱਗ ਜਿਹੜੀਆਂ ਅਸਾਮੀਆਂ ਬਹੁਤ ਤਰ੍ਹਾਂ ਦੀਆਂ ਖਾਲੀ ਪਈਆਂ ਨੇ। ਸਰਕਾਰ ਕੋਲ ਆਪਣੇ ਅਦਾਰੇ ਨੇ, PPSC ਹੈਗਾ ਅਤੇ SS ਬੋਰਡ ਹੈ। SS ਬੋਰਡ ਦੇ, ਹਾਲਾਂਕਿ SS ਬੋਰਡ ਦੇ ਮੈਂ ਅੱਜ ਹੀ ਦੇਖ ਰਿਹਾ ਸੀ ਉਹਨਾਂ ਦੀ ਵੈਬਸਾਈਟ ਕਿ ਪਿਛਲੇ 3 ਸਾਲਾਂ ਦੇ ਵਿੱਚ ਜਿਹੜਾ SS ਬੋਰਡ ਨੇ ਕੋਈ ਵੱਡਾ ਮਾਰਕਾ ਨਹੀਂ ਮਾਰਿਆ। 2020 ਦੇ ਵਿੱਚ ਜਾ ਕੇ ਥੋੜ੍ਹੀਆਂ ਜਿਹੀਆਂ ਅਸਾਮੀਆਂ ਦੇ ਰਿਜ਼ਲਟ ਇਹਨਾਂ ਨੇ ਕੱਢੇ ਨੇ, ਅਤੇ 11 ਮੈਂਬਰਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਵਾ ਆਪਣਾ SS ਬੋਰਡ ਦਿਆਂ ਨੂੰ। ਇੱਕ ਉਹਨਾਂ ਦਾ ਅਸੀਂ ਚੇਅਰਮੈਨ ਲਾਇਆ, ਉਹਨਾਂ ਦੇ ਕਿੰਨੀਆਂ ਤਨਖਾਹਾਂ ਨੇ, ਕਿੰਨੇ ਭੱਤੇ ਨੇ। ਕਿਸੇ ਟਾਈਮ ਆਤਿਸ਼ ਜੀ ਜਦੋਂ ਇਹ ਗੱਲ ਹੈਗੀ 63 ਦੀ, ਉਦੋਂ SS ਬੋਰਡ ਦਾ ਸਿਰਫ ਇੱਕ ਚੇਅਰਮੈਨ ਹੁੰਦਾ ਸੀ ਅਤੇ 2 ਮੈਂਬਰ ਹੁੰਦੇ ਸੀ। ਇਹ ਵੱਖਰੀ ਗੱਲ ਹੈ ਕਿ ਉਸ ਟਾਈਮ ਹੋਰ ਕਿਸ ਕਿਸਮ ਦੇ ਵਿਵਾਦ ਉੱਠਦੇ ਸੀਗੇ। ਹੁਣ ਸਾਡੇ ਕੋਲ ਅਸੀਂ SS ਬੋਰਡ ਦੇ ਵਿੱਚ ਰੁਜ਼ਗਾਰ ਤਾਂ ਦੇ ਦਿੱਤਾ ਮੈਂਬਰਾਂ ਨੂੰ, ਚੇਅਰਮੈਨ ਲਗਾ ਦਿੱਤਾ, ਪਰ ਦੇਖਣ ਵਾਲੀ ਗੱਲ ਇਹ ਹੈ ਕਿ ਕਿੰਨੇ ਮੁੰਡੇ ਭਰਤੀ ਕੀਤੇ ਅਸੀਂ ਆਪਣੀ ਘਰ ਘਰ ਰੁਜ਼ਗਾਰ ਦਾ ਜਿਹੜਾ ਨਾਅਰਾ ਪੂਰਾ ਕਰਨ ਲਈ ਜਾਂ ਵਾਅਦਾ ਪੂਰਾ ਕਰਨ ਦੇ ਲਈ ਸਰਕਾਰ ਨੇ ਕਿੰਨੀ ਸਿਰਦਤ ਨਾਲ ਆਪਣੀ ਡਿਊਟੀ ਨਿਭਾਈ ਹੈਗੀ ਹੈ। ਤਾਂ ਉਸ ਟਾਈਮ ਇੱਕ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਸੁਣਾਉਣਾ ਕਿ 63 ਦੀ ਗੱਲ ਹੈ ਕਿ ਜਿਹੜੇ ਚੇਅਰਮੈਨ ਲਾਏ ਅਤੇ 2 ਮੈਂਬਰ ਲਾਏ, ਉਹ ਦੋਨੇ ਹੀ ਮੈਟ੍ਰਿਕ ਪਾਸ ਸੀ, ਚੇਅਰਮੈਨ ਵੀ ਮੈਟ੍ਰਿਕ ਪਾਸ ਸੀ। ਉਸ ਟਾਈਮ ਵਿਧਾਨ ਸਭਾ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਪਿਆ ਸੀ ਕਿ ਜਿਹੜੇ ਸਾਡੇ ਚੇਅਰਮੈਨ ਸਾਹਿਬ ਹੈ ਤਾਂ ਮੈਟ੍ਰਿਕ ਪਾਸ ਹੈ, ਪਰ ਜਿਹੜੀ ਇੰਟਰਵਿਊ ਕਰਦੇ ਉਹ ਪੋਸਟ ਗ੍ਰੈਜੂਏਟ ਦੀ ਕਰਦੇ ਨੇ। ਤਾਂ ਹੋ ਸਕਦਾ ਜਿਹੜੇ ਅੱਜ ਵਾਲੇ ਮੈਂਬਰ ਹੈ ਸਾਡੇ, ਉਹਨਾਂ 'ਚੋਂ ਵੀ ਕੋਈ ਇੱਦਾਂ ਦਾ ਨਿਕਲ ਆਵੇ। ਤਾਂ ਸਰਕਾਰ ਨੇ ਜਿਸ ਤਰ੍ਹਾਂ ਦੇ ਵਾਅਦੇ ਕੀਤੇ ਸੀਗੇ ਉਸ ਵਾਅਦੇ 'ਤੇ ਕੋਈ ਸਰਕਾਰ ਹੈ ਜਿਹੜੀ ਕਿ ਨਾ ਖਰੀ ਨਹੀਂ ਉਤਰੀ। ਪੰਜਾਬ ਦੇ ਮੁੱਖ ਵੀ ਕਿ ਪੰਜਾਬ ਸਰਕਾਰ ਵੱਲੋਂ ਕਈ ਰੋਜ਼ਗਾਰ ਮੇਲੇ ਲਾ ਕੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਦਿੱਤਾ, ਪਰ ਉਸ ਨੂੰ ਤੁਸੀਂ ਕਿੰਨਾ ਕੁ ਵਾਜਬ ਸਮਝਦੇ ਹੋ ਕਿ ਪੰਜਾਬ ਸਰਕਾਰ ਨੇ ਵਾਕਈ ਜਿਹੜਾ ਹੈਗਾ ਉਹਨਾਂ ਨੂੰ ਰੁਜ਼ਗਾਰ ਦਿੱਤਾ? ਆਤਿਸ਼ ਜੀ, ਚਾਹੀਦਾ ਤਾਂ ਇਹ ਸੀਗਾ
ਕਿ ਅਸੀਂ ਜਦੋਂ ਕੋਈ ਪ੍ਰੋਮਿਸ ਕੀਤਾ ਉਸ ਨੂੰ ਪੂਰਾ ਕਰਦੇ ਹਾਂ। ਅਗਰ ਅਸੀਂ ਕੋਈ ਦਿਖਾਵਾਬਾਜ਼ੀ ਨਹੀਂ ਕਰਨੀ ਤਾਂ ਸਾਨੂੰ ਰੁਜ਼ਗਾਰ ਮੇਲੇ ਲਾਉਣ ਦੀ ਕੀ ਲੋੜ ਹੈ। ਤੁਹਾਡੇ ਯਾਦ ਹੋਊ ਲੁਧਿਆਣਾ ਦੇ ਵਿੱਚ ਇੱਕ ਸਟੇਟ ਲੈਵਲ ਦਾ ਰੁਜ਼ਗਾਰ ਮੇਲਾ ਲਾਇਆ ਇਹਨਾਂ ਨੇ, ਅਤੇ ਉੱਥੇ ਸਿੰਗਰ ਬੁਲਾਇਆ, 6 ਲੱਖ ਰੁਪਏ ਉਸ ਨੂੰ ਦਿੱਤੇ। ਕੀ ਤੁਕ ਬਣਦੀ ਹੈ। ਮੈਂ ਪ੍ਰੈਕਟੀਕਲੀ ਇਹਨਾਂ ਮੇਲਿਆਂ ਨੂੰ 2-4 ਨੂੰ ਜਿਹੜੇ ਡਿਸਟ੍ਰਿਕਟ ਲੈਵਲ 'ਤੇ ਲੱਗੇ ਸੀ ਖੁਦ ਅਟੈਂਡ ਕੀਤਾ ਹੈਗਾ। ਹੁੰਦਾ ਕੀ ਹੈ ਕਿ ਦੇਖੋ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈਗਾ। ਜਦੋਂ ਵੀ ਕੋਈ ਇੱਦਾਂ ਦਾ ਅਨਾਊਂਸਮੈਂਟ ਹੁੰਦੀ ਹੈ ਕਿ ਰੁਜ਼ਗਾਰ ਮੇਲਾ ਹੈ ਤਾਂ ਸਾਰੇ ਮੁੰਡਿਆਂ ਨੂੰ ਬੜੀਆਂ ਆਸਾਂ ਉਮੀਦਾਂ ਹੁੰਦੀਆਂ ਕਿ ਸਾਨੂੰ ਸ਼ਾਇਦ ਉਹਨਾਂ ਮੇਲਿਆਂ 'ਚੋਂ ਕੁਝ ਜਾ ਕੇ ਲੱਭੂਗਾ। ਤਾਂ ਇੱਕ ਮੈਨੂੰ ਦੁਕਾਨਦਾਰ ਨੇ ਦੱਸਿਆ ਕਿ ਵੀ ਮੈਨੂੰ ਰੁਜ਼ਗਾਰ ਮੇਲੇ ਦੇ ਵਿੱਚ ਇਹਨਾਂ ਨੇ ਬਤੌਰ ਇੱਕ ਕੰਪਨੀ ਰਜਿਸਟਰਡ ਕਰ ਲਿਆ ਅਤੇ ਮੈਨੂੰ ਕਿਹਾ ਕਿ ਤੁਸੀਂ ਡਿਮਾਂਡ ਦਿਓ। ਕਹਿੰਦਾ ਮੈਂ ਕਿਹਾ ਜੀ 2 ਡਿਮਾਂਡ ਹੈਲਪਰ ਦੀ ਰੱਖ ਲਓ। ਕਹਿੰਦਾ ਮੈਂ 2 ਮੁੰਡੇ ਰੱਖ ਲਏ। 6 ਮਹੀਨਿਆਂ ਬਾਅਦ ਕਹਿੰਦੇ ਫੇਰ ਆ ਗਿਆ ਕਿ ਤੁਸੀਂ ਹੋਰ ਮੁੰਡੇ ਦੀ ਡਿਮਾਂਡ ਦਿਓ। ਉਹ ਕਹਿੰਦੇ ਜੀ ਮੈਂ ਦੋਨੇ ਮੁੰਡੇ ਹਟਾਤੇ, 2 ਮੁੰਡੇ ਦੀ ਡਿਮਾਂਡ ਹੋਰ ਭੇਜਤੀ, 2 ਰੱਖ ਲਏ। ਤਾਂ ਇਹ ਇਸ ਕਿਸਮ ਦਾ ਇਹਨਾਂ ਰੁਜ਼ਗਾਰ ਮੇਲਿਆਂ ਦਾ ਸੱਚ ਹੈਗਾ। ਪਰ ਜਿਹੜੀ ਹਕੀਕਤ ਹੈ ਦੂਜੇ ਪਾਸੇ ਦੇਖੀਏ, ਇਹ ਰੌਲਾ ਪਾਉਂਦੇ। ਆਮ ਮੁੰਡੇ ਨੂੰ ਰੱਖਣਾ ਹੋਵੇ ਰੌਲਾ ਪਾ ਜਾਂਦੇ ਕਿ ਜੀ ਦੇਖੋ ਅਸੀਂ ਆਹ ਰੁਜ਼ਗਾਰ ਦਿੱਤਾ। ਅੱਜ ਮੈਂ ਦੇਖ ਰਿਹਾ ਸੀ ਕਿ ਇੱਕ ਮਿਨਿਸਟਰ ਨੇ 43 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਨੇ ਚੰਡੀਗੜ੍ਹ ਦੇ ਵਿੱਚ, ਠੀਕ ਹੈ। ਉਹ ਤਰਸ ਦੇ ਆਧਾਰ 'ਤੇ ਰੱਖੇ ਗਏ ਨੇ। ਕਿਸੇ ਦੇ ਬਾਪ ਦੀ ਡੈਥ ਹੋਈ ਹੈ, ਕਿਸੇ ਦੀ ਮਾਂ ਦੀ ਡੈਥ ਹੋਈ ਹੈ। ਇਹਦੇ ਵਿੱਚ ਕੀ ਮਾਰਕੇ ਵਾਲੀ ਗੱਲ ਹੈ। ਉਹਨਾਂ ਦਾ ਇੱਕ ਹੱਕ ਬਣਦਾ, ਰਾਈਟ ਬਣਦਾ ਹੈ। ਤੁਸੀਂ ਉਹਨਾਂ ਨੂੰ ਦਿਖਾ ਰਹੇ ਹੋ ਕਿ ਅਸੀਂ ਤੁਹਾਨੂੰ ਖੈਰਾਤ ਦੇ ਰਹੇ ਹਾਂ। ਅਤੇ ਜਦੋਂ ਇਹਨਾਂ ਨੇ ਆਪਣੇ ਭਰਤੀ ਕਰਨੇ ਹੁੰਦੇ ਹੈ ਅਤੇ ਉਦੋਂ ਕਿਸੇ ਨੂੰ ਭਿਣਕ ਨਹੀਂ ਲੱਗਦੀ। ਜਦੋਂ ਸਰਕਾਰ ਕੈਪਟਨ ਗੌਰਮੈਂਟ ਬਣੀ ਹੈਗੀ ਹੈ ਨਵੀਂ ਤਾਂ ਆਉਣ ਸਾਰ ਇਹਨਾਂ ਨੇ ਜਿਹੜਾ ਸਾਡੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਹੈ, ਉਹਨਾਂ ਦੇ ਪੋਤਰੇ ਨੂੰ DSP ਲਾਇਆ। ਕਿਤੇ ਕੋਈ ਪਤਾ ਚੱਲਿਆ, ਕਿਤੇ ਕੋਈ ਅਖਬਾਰ 'ਚ ਦਿੱਤਾ। ਸਾਰੇ ਨਿਯਮਾਂ ਨੂੰ ਸਪੈਸ਼ਲ ਕੇਸ ਦੇ ਤੌਰ 'ਤੇ ਉਸ ਨੂੰ ਟਰੀਟ ਕੀਤਾ ਗਿਆ। ਇਹ ਵੱਖਰੀ ਗੱਲ ਹੈ ਕਿ ਬਾਅਦ 'ਚ ਜਿਹੜਾ ਉਹ ਮਾਮਲਾ ਹੈ ਹਾਈ ਕੋਰਟ ਚਲਾ ਗਿਆ। ਉਸ ਤੋਂ ਬਾਅਦ ਤਕਰੀਬਨ ਥੋੜ੍ਹੇ ਟਾਈਮ ਪਹਿਲਾਂ ਦੀ ਗੱਲ ਹੈਗੀ ਹੈ, ਇਹਨਾਂ ਨੇ 2 ਮੁੰਡੇ DSP ਭਰਤੀ ਕੀਤੇ ਨੇ ਕੈਬਨਿਟ 'ਚ ਸਪੈਸ਼ਲ ਕੇਸ ਵਜੋਂ। ਉਹ ਦੋਨੇ ਮੁੰਡੇ ਸਨਾਵਰ ਸਕੂਲ ਦੇ ਪੜ੍ਹੇ ਨੇ। ਉਹਨਾਂ ਦਾ ਕੇਸ ਇਹ ਬਣਾਇਆ ਕਿ ਇਹਨਾਂ ਨੇ ਮਾਊਂਟ ਐਵਰੈਸਟ 'ਤੇ ਇਹਨਾਂ ਨੇ ਸਰ ਕੀਤੀ ਹੈਗੀ ਆ। ਦੇਖੋ ਮਾਊਂਟ ਐਵਰੈਸਟ ਸਰ ਕਰਨਾ ਕੋਈ ਕੰਪੀਟੀਸ਼ਨ ਦੀ ਨਹੀਂ ਹੈਗੀ ਗੱਲ, ਕੋਈ ਮੁਕਾਬਲੇ ਦੀ ਗੇਮ ਨਹੀਂ ਹੈਗੀ। ਅਤੇ ਨਾ ਤੁਹਾਡੀ ਕਿਸੇ ਪਾਲਿਸੀ ਦੇ ਸਪੋਰਟਸ ਪਾਲਿਸੀ ਦੇ ਵਿੱਚ ਕੋਈ ਪੰਜਾਬ ਗੌਰਮੈਂਟ ਦੀ ਪਾਲਿਸੀ ਦੇ ਵਿੱਚ ਹੋਵੇ ਕਿ ਜਿਹੜਾ ਐਵਰੈਸਟ ਸਰ ਕਰੇਗਾ ਉਸ ਨੂੰ ਅਸੀਂ ਜੋਬ ਦੇਣੀ ਹੈ। ਪਰ ਸਾਰੇ ਨਿਯਮਾਂ ਨੂੰ ਉਲੰਘਣਾ ਕਰਕੇ 2 ਬੰਦਿਆਂ ਨੂੰ ਜੋਬ ਮਿਲੀ, ਦੋਨੇ DSP ਲੱਗੇ। ਇੱਕ ਪਟਿਆਲੇ ਦੇ ਕਾਂਗਰਸੀ ਦਾ ਲੜਕਾ ਹੈਗਾ, ਇੱਕ ਮੁਕਤਸਰ ਦੇ PCS ਅਫਸਰ ਦਾ ਲੜਕਾ ਹੈਗਾ। ਅਤੇ ਆਮ ਲੋਕਾਂ ਲਈ ਰੁਜ਼ਗਾਰ ਅਸੀਂ ਰੌਲਾ ਪਾ ਦਿੰਦੇ ਹਾਂ ਕਿ ਅਸੀਂ ਰੁਜ਼ਗਾਰ ਦਾ। ਮੈਨੂੰ ਤਾਂ ਇਹ ਵੀ ਲੱਗਦਾ ਹੁੰਦਾ ਕਦੇ ਕਿ ਜਿਸ ਤਰ੍ਹਾਂ ਦੀ ਸਰਕਾਰ ਦੀ ਕੰਡੀਸ਼ਨ ਹੋਈ ਹੈ ਜਾਂ ਹਰ ਗੱਲ ਦਾ ਸਿਆਸੀਕਰਨ ਕਰ ਦਿੰਦੇ ਹੈ ਕਿ ਮੁਲਾਜ਼ਮਾਂ ਨੂੰ ਕਿ 1 ਤਰੀਕ ਨੂੰ ਤਨਖਾਹ ਦੇਣੀ ਹੈ ਉਹ ਵੀ ਸਮਾਗਮ ਕਰਕੇ ਨਾ ਦਿਆ ਕਰਨ। ਤਾਂ ਇਹਦਾ ਇਸ ਤੋਂ ਬਿਨਾਂ ਆਤਿਸ਼ ਬਹੁਤ ਸਾਰੀਆਂ ਭਰਤੀਆਂ ਜਿਹੜੀਆਂ ਸਾਨੂੰ ਪਤਾ ਨਹੀਂ ਲੱਗਦਾ। ਮੈਂ ਭੁੱਲਰ ਸਾਹਿਬ ਤੁਹਾਡੀ ਗੱਲ ਵਿੱਚ ਹੀ ਕੱਟਣੀ ਚਾਹਾਂਗਾ। ਤੁਹਾਨੂੰ ਐ ਨਹੀਂ ਲੱਗਦਾ ਸਰਕਾਰ ਜਿਹੜੀ ਸਪੋਰਟਸ ਦੀ ਗੱਲ ਕਰੀ ਹੈ ਵੀ ਕਿ ਜਿਨ੍ਹਾਂ ਨੇ ਮਾਊਂਟ ਐਵਰੈਸਟ 'ਤੇ ਸਰ ਕੀਤੀ ਹੈ ਉਹ ਤਾਂ 2 DSP ਰੱਖ ਲਏ, ਜਿਹੜੇ ਵਾਕਈ ਦੇਸ਼ ਲਈ ਅੱਜ ਓਲੰਪਿਕ ਖੇਡ ਕੇ ਆਏ ਆ, ਕਾਮਨਵੈਲਥਾਂ ਖੇਡ ਕੇ ਆਏ ਆ, ਉਹਨਾਂ ਦੀ ਭਰਤੀ ਹੋਣੀ ਚਾਹੀਦੀ ਸੀਗੀ, ਜਿਹੜੇ ਕਿ ਉਹਨਾਂ ਨੂੰ ਕੁਝ ਵੀ ਨਾ ਤਾਂ ਸਰਕਾਰ ਵੱਲੋਂ ਕੋਈ ਵਿੱਤੀ ਮਦਦ ਮਿਲੀ ਹੈ ਨਾ ਹੀ ਕੋਈ ਸਰਕਾਰੀ ਨੌਕਰੀ ਮਿਲੀ ਹੈ। ਆਤਿਸ਼ ਇੱਕ ਤੁਹਾਡੇ ਪਟਿਆਲੇ ਦੀ ਹੀ ਖਬਰ ਹੈਗੀ ਹੈ ਕਿ ਇੱਕ ਲੜਕੀ ਨੇ ਵੇਟ ਲਿਫਟਿੰਗ ਦੇ ਵਿੱਚ ਨੈਸ਼ਨਲ 'ਚੋਂ ਕਈ ਗੋਲਡ ਲਏ ਨੇ, ਉੱਥੇ ਬ੍ਰੈਡ ਵੇਚੀ ਜਾਂਦੀ ਹੈਗੀ ਹੈ। ਬਠਿੰਡੇ ਦੇ ਵਿੱਚ ਇੱਦਾਂ ਦੇ ਤਾਂ ਬਹੁਤ ਕੇਸ ਹੈਗੇ ਨੇ ਕਿ ਜਿੱਥੇ ਬਹੁਤ ਡਿਜ਼ਰਵਿੰਗ ਹੈ। ਇੱਕ ਇਹਨਾਂ ਦਾ ਪੰਜਾਬ ਪੁਲਿਸ ਦਾ ASI ਹੈ, ਉਹਦੇ ਕਈ ਵਰਲਡ ਰਿਕਾਰਡ ਨੇ, ਮਾਊਂਟ ਐਵਰੈਸਟ ਵੀ ਗਿਆ, ਹੋਰ ਕਈ ਗੇਮਾਂ ਦੇ ਵਿੱਚ ਹੈਗੀ ਹੈ। ਉਹ ਅੱਜ ਤੱਕ ਇਹ ਕਰਲਾਉਂਦਾ ਮਰ ਗਿਆ ਕਿ ਮੈਨੂੰ ਪ੍ਰਮੋਟ ਕਰ ਦਿਓ, ਉਹਨੂੰ ਅੱਜ ਤੱਕ ਨਹੀਂ ਕੀਤਾ ਪ੍ਰਮੋਟ। ASI ਤੋਂ ਕੀ ਬਣਾਉਣਾ, ਸਬ ਇੰਸਪੈਕਟਰ ਬਣਾ ਦਿੰਦੇ ਉਹਨੂੰ। ਪਰ ਡਾਇਰੈਕਟ DSP ਲਾਉਣ ਵੇਲੇ ਕੋਈ ਕੋਈ ਢਿੱਲ ਨਹੀਂ ਵਰਤੇ ਇਹਨਾਂ ਨੇ। ਇਹੀ ਨਹੀਂ, ਬਠਿੰਡਾ ਦੇ ਵਿੱਚ ਨਵੀਂ ਜਦੋਂ ਗੌਰਮੈਂਟ ਬਣੀ ਹੈ, ਬਠਿੰਡਾ ਦੇ ਵਿੱਚ ਟੈਕਨੀਕਲ ਯੂਨੀਵਰਸਿਟੀ ਹੈ, ਉੱਥੇ ਇੱਕ ਵਜ਼ੀਰ ਦਾ ਬੜਾ ਨੇੜਲਾ 1 ਲੱਖ ਰੁਪਏ ਨੌਕਰੀ 'ਤੇ ਡਾਇਰੈਕਟ ਨਾਲ ਦੀ ਨਾਲ ਲਾ ਦਿੱਤਾ ਇਹਨਾਂ ਨੇ। ਵਿਧਾਨ ਸਭਾ ਦੇ ਵਿੱਚ ਆਤਿਸ਼ ਤੁਸੀਂ ਹੈਰਾਨ ਹੋਵੋਗੇ, ਇੰਨੀ ਭਰਤੀ ਹੁੰਦੀ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ। ਕਿਸੇ ਦੀ ਸਾਲੀ ਲਾ ਦਿੱਤੀ, ਕਿਸੇ ਦੀ ਭਾਂਜੀ ਲਾ ਦਿੱਤੀ, ਕਿਸੇ ਦਾ ਭਤੀਜਾ ਲਾ ਦਿੱਤਾ, ਈਵਨ ਲਾਂਗਰੀ ਲਾ ਦਿੱਤੇ, ਕਈ ਫੁੱਲ ਪੇ ਸਕੇਲ 'ਤੇ ਲਾਏ ਨੇ। ਕੋਈ ਸਮਾਂ ਆਏਗਾ ਕਿ ਸਾਰੀਆਂ ਗੱਲਾਂ ਆਉਣ ਵਾਲੇ ਟਾਈਮ ਦੇ ਵਿੱਚ ਬਾਹਰ ਆਉਣਗੀਆਂ। ਪਰ ਰੁਜ਼ਗਾਰ ਹੈ ਜਿਹੜਾ ਰੁਜ਼ਗਾਰ ਮੇਲਿਆਂ ਦਾ ਤੁਸੀਂ ਗੱਲ ਜਿੱਥੋਂ ਸ਼ੁਰੂ ਕੀਤੀ ਸੀਗੀ, ਮੈਨੂੰ ਨਹੀਂ ਲੱਗਦਾ ਕਿ ਹੁਣ ਸਰਕਾਰ ਤਾਂ ਇਹ ਵੀ ਕਹਿੰਦੀ ਕਿ ਅਸੀਂ ਰੁਜ਼ਗਾਰ ਮੇਲਿਆਂ ਦੇ ਥਰੂ 10 ਲੱਖ ਮੁੰਡਾ ਜਿਹੜਾ ਹੈਗਾ ਉਹ ਉਹਨਾਂ ਨੂੰ ਜੋਬ ਦੇ ਦਿੱਤੀ ਹੈ। ਪਰ ਮੈਨੂੰ ਤਾਂ ਲੱਗਦਾ ਨਹੀਂ, ਜੇ 10 ਲੱਖ ਨੂੰ ਜੋਬ ਦਿੱਤੀ ਹੁੰਦੀ ਤਾਂ ਪੰਜਾਬ ਦੇ ਵਿੱਚ ਇੰਨੀ ਐਜੂਟੇਸ਼ਨਾਂ ਕਿਉਂ ਹੋਣ। ਲੋਕ ਤਾਂ ਮੁੰਡੇ ਤਾਂ ਟੈਂਕੀਆਂ 'ਤੇ ਚੜ੍ਹੇ ਫਿਰਦੇ ਨੇ। ਆਪਣੇ ਕੋਲੇ ਪਿਰਮਲ ਸਿੰਘ ਦੀ ਐਗਜ਼ਾਮਪਲ ਹੈ ਪਿਛਲੀ ਸਰਕਾਰ ਵੇਲੇ ਦੀ, ਜਿਹੜਾ ਹੁਣ MLA ਹੈ। ਇਹਨੇ ਕੋਈ ਦੁਨੀਆ ਜਹਾਨ ਦੀ ਟੈਂਕੀ ਛੱਡੀ ਨਹੀਂ ਜਿੱਥੇ ਨਾ ਚੜ੍ਹਿਆ ਹੋਵੇ। ਹਰ ਥਾਣੇ 'ਚ ਕਿੱਥੇ ਕਿੰਨ ਕੁੱਟ ਕੁਟਾਪਾ ਖਾਧਾ। ਸਰਕਾਰ ਨੇ ਉਹਨੂੰ ਜੋਬ ਨਹੀਂ ਦਿੱਤੀ, ਆਖਰ ਲੋਕਾਂ ਨੇ ਉਹਨੂੰ MLA ਬਣਾ ਦਿੱਤਾ। ਸੋ ਮੈਂ ਇਹਦਾ ਜੋਬ ਮੇਲਿਆਂ ਦਾ ਜਿਹੜਾ ਸੱਚ ਹੈਗਾ ਨਾ, ਜੇ ਅਗਰ ਤੁਸੀਂ ਸੁਹਿਰਦ ਹੋ ਫਿਰ ਤੁਹਾਨੂੰ ਜੋਬ ਮੇਲੇ ਲਾਉਣ ਦੀ ਲੋੜ ਨਹੀਂ।
ਇੱਕ ਭੁੱਲਰ ਸਾਹਿਬ ਗੱਲ ਇਹ ਵੀ ਆ ਰਹੀ ਹੈ ਵੀ ਕਿ ਸਰਕਾਰ ਤਾਂ ਕਹਿ ਰਹੀ ਹੈ ਅਸੀਂ ਲੱਖਾਂ ਨੌਜਵਾਨਾਂ ਨੂੰ ਜਿਹੜਾ ਹੈਗਾ ਰੁਜ਼ਗਾਰ ਦੇ ਦਿੱਤਾ, ਪਰ ਪੰਜਾਬ ਦੇ ਨੌਜਵਾਨ ਨੂੰ ਰੁਜ਼ਗਾਰ ਕਿੱਥੇ ਮਿਲ ਰਿਹਾ ਹੈ? ਗੁੜਗਾਉਂ, ਹੈਦਰਾਬਾਦ। ਔਰ ਤਨਖਾਹ ਕਿੰਨੀ ਹੈ? 10,000, 12,000, 15,000। ਕੀ ਉਹ ਨੌਜਵਾਨ ਉੱਥੇ ਜਾ ਕੇ ਨੌਕਰੀ ਕਰਨਗੇ ਇੰਨੇ ਕੁ ਦੇ ਵਿੱਚ, ਜਿੱਥੇ ਇੰਨੀਆਂ ਮਹਿੰਗੀਆਂ ਉੱਥੇ ਸ਼ਹਿਰ ਹੈ, ਖਰਚੇ ਨਹੀਂ ਪੂਰੇ ਹੁੰਦੇ? ਤੁਹਾਨੂੰ ਕੀ ਲੱਗਦਾ ਇਸ ਬਾਰੇ? ਇਹ ਤਾਂ ਆਤਿਸ਼ ਮੈਂ ਤੇਰੀ ਗੱਲ ਦੇ ਵਿੱਚ ਵਾਅਦਾ ਕਰਦਾ, ਪੰਜਾਬ ਗੌਰਮੈਂਟ ਦੀ ਜਿਹੜੀ ਆਪਣੀ ਘਰ ਘਰ ਰੁਜ਼ਗਾਰ ਦੀ ਵੈਬਸਾਈਟ ਹੈ ਨਾ, ਉਸ 'ਤੇ 7,12,000 ਮੁੰਡਾ ਰਜਿਸਟਰਡ ਹੈ। ਅਤੇ ਮੈਂ ਉਹਦੀ ਜਦੋਂ ਫਰੋਲਾ ਫਰਾਲੀ ਕੀਤੀ ਤਾਂ ਉਹਦੇ ਲਿਖਿਆ ਕਿ ਜੋਬ ਅਵੇਲੇਬਲ ਹੈਗੀ ਆ ਉੜੀਸਾ ਦੇ ਵਿੱਚ। ਦੱਸੋ ਹੁਣ ਇੱਥੋਂ ਲੜਕਾ ਕੋਈ, ਜੇ ਤਾਂ ਉਹਨੂੰ ਚੰਗਾ ਪੈਕੇਜ ਮਿਲੇਗਾ ਤਾਂ ਬੰਦਾ ਰਿਸਕ ਲੈ ਸਕਦਾ ਐਡੀ ਦੂਰ। ਨਾਲੇ ਤੁਸੀਂ ਕਮਿਟਮੈਂਟ ਆਪਦੀ ਸਟੇਟ ਦੇ ਵਿੱਚ ਕਰ ਰਹੇ ਹੈਗੇ ਹੋ ਕਿ ਸਾਨੂੰ ਇੱਥੇ, ਅਸੀਂ ਤੁਹਾਨੂੰ ਇੱਥੇ ਰੁਜ਼ਗਾਰ ਦੇਵਾਂਗੇ। ਤਾਂ ਮੇਲਾ ਤਕਰੀਬਨ 3 ਲੱਖ ਮੁੰਡਾ ਤਾਂ ਇੱਥੇ ਜਿਹੜਾ ਰੁਜ਼ਗਾਰ ਦਿੱਤਾ, ਕੋਈ ਆਊਟਸੋਰਸਿੰਗ ਦੇ ਵਿੱਚ ਹੈਗਾ, ਕੋਈ ਠੇਕੇ 'ਤੇ ਹੈਗਾ, 6-6 ਹਜ਼ਾਰ ਰੁਪਏ 'ਤੇ ਮੁੰਡੇ ਕੰਮ ਕਰਦੇ ਨੇ। ਆ ਕਾਲਜਾਂ ਦੇ ਵਿੱਚ ਆਪਾਂ ਥੋੜ੍ਹੇ ਦਿਨ ਪਹਿਲਾਂ ਦੇਖਿਆ, ਗੈਸਟ ਫੈਕਲਟੀ ਲੈਕਚਰਾਰ ਹੈ ਅਤੇ ਜਿਹੜੇ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ, ਉਹਨਾਂ ਨੂੰ 21 ਹਜ਼ਾਰ ਦਿੰਦੇ, ਹੁਣ ਉਹ ਵੀ ਦੇਣ ਤੋਂ ਮੁਨਕਰ ਹੋ ਗਈ ਹੈ। ਪੰਜਾਬੀ ਯੂਨੀਵਰਸਿਟੀ ਦੀ ਗੱਲ ਹੈ ਤੁਹਾਡੇ ਸਾਹਮਣੇ। ਤਾਂ ਮੈਨੂੰ ਨਹੀਂ ਲੱਗਦਾ ਵਾਜਬ ਨਹੀਂ, ਜੋ ਤੁਸੀਂ ਵਾਅਦਾ ਕੀਤਾ ਤੁਸੀਂ ਕਿ ਅਸੀਂ ਆਪਣੀ ਸਟੇਟ ਦੇ ਵਿੱਚ ਕਲੀਅਰ ਹੋ। ਤੁਸੀਂ ਉਦੋਂ ਕਿਹਾ ਕਿ ਅਸੀਂ ਹਰ ਡਿਸਟ੍ਰਿਕਟ ਦੀ ਇੱਕ ਡਿਸਟ੍ਰਿਕਟ ਇੰਪਲਾਇਮੈਂਟ ਪਲਾਨ ਬਣਾਵਾਂਗੇ ਔਰ ਉਸ ਨੂੰ ਨਸਰ ਕਰਾਂਗੇ, ਦੱਸਾਂਗੇ ਤੁਹਾਨੂੰ ਕਿ ਇਸ ਡਿਸਟ੍ਰਿਕਟ ਦੇ ਵਿੱਚ ਕਿੰਨੇ ਅਨਇੰਪਲਾਇਡ ਸੀ ਮੁੰਡੇ, ਉਹਨਾਂ 'ਚੋਂ ਅਸੀਂ ਕਿੰਨਾਂ ਨੂੰ ਰੁਜ਼ਗਾਰ ਦਿੱਤਾ। ਪਰ ਮੈਂ ਤਾਂ ਅੱਜ ਤੱਕ ਇਹ ਲਿਸਟ ਕਦੇ ਨਹੀਂ ਦੇਖੀ ਕਿਸੇ ਜ਼ਿਲ੍ਹੇ ਦੀ ਕਿੱਥੇ ਆਈ ਹੋਵੇ। ਤੁਸੀਂ ਪ੍ਰਾਈਵੇਟ ਫੈਕਟਰੀਆਂ ਵਾਲਿਆਂ ਨੂੰ ਕਹਿ ਦਿੰਦੇ ਹੋ, ਕਿੰਨੇ ਕਿ ਇੰਡਸਟਰੀ ਨਵੀਂ ਆਈ ਹੈ ਇੱਥੇ, ਉਹਨਾਂ ਫੈਕਟਰੀਆਂ ਨੂੰ ਤੁਸੀਂ ਕਹਿ ਦਿੰਦੇ ਹੋ ਕਿ ਤੁਸੀਂ ਆਪਣੀ ਡਿਮਾਂਡ ਭੇਜੋ। ਉਹੀ ਅੰਕੜਿਆਂ ਦਾ ਹੇਰ ਫੇਰ ਹੈ ਕਿ ਜੇ ਅਸੀਂ ਪ੍ਰਾਈਵੇਟ ਈਵਨ ਲੇਬਰ, ਹੁਣ ਪਿੱਛੇ ਪਿਛਲੇ ਮਹੀਨੇ 1 ਮਹੀਨੇ ਦੀ ਹੋਈ ਗੱਲ ਹੈਗੀ, ਸਰਕਾਰ ਨੇ ਆਪ ਸਰਵੇ ਕੀਤਾ ਹੈ, 1,20,000 ਬੰਦਾ ਰਜਿਸਟਰਡ ਕੀਤਾ ਹੈ, ਠੀਕ ਹੈ। ਪਰ ਉਹਦੇ ਵਿੱਚੋਂ ਕਿੰਨੇ ਕੁ ਨੂੰ ਰੁਜ਼ਗਾਰ ਦਿੱਤਾ ਹੈ? 7 ਜਾਂ 8 ਹਜ਼ਾਰ, ਉਹਦੇ ਵਿੱਚ ਬਹੁਤੇ ਲੇਬਰ ਵਾਲੇ ਨੇ। ਇੱਕ ਚਰਨਜੀਤ ਜੀ, ਪਿਛਲੇ ਦਿਨੀ ਕੁਝ ਖਬਰਾਂ ਲੱਗੀਆਂ ਨੇ ਵੀ ਕਿ ਪੰਜਾਬ ਦਾ ਪੜ੍ਹਿਆ ਲਿਖਿਆ ਨੌਜਵਾਨ ਅੱਜ ਝੋਨਾ ਲਗਾ ਰਿਹਾ, ਕੋਈ ਸਬਜ਼ੀ ਵੇਚ ਰਿਹਾ। ਬੇਸ਼ੱਕ ਇਹ ਗੱਲ ਕੋਈ ਉਹ ਨਹੀਂ ਹੈ ਵੀ ਕਿ ਕਿਰਤ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਕਿਰਤ ਕਰਨਾ ਚਾਹੀਦਾ, ਪਰ ਇੱਕ ਪੜ੍ਹੇ ਲਿਖੇ ਨੌਜਵਾਨਾਂ ਨੂੰ ਇਹ ਕੰਮ ਕਰਨਾ ਪੈ ਰਿਹਾ, ਇਸ ਨੂੰ ਤੁਸੀਂ ਕਿੰਨਾ ਕੁ ਵਾਜਬ ਸਮਝਦੇ? ਆਤਿਸ਼, ਗੱਲ ਇਹ ਹੈਗੀ ਹੈ ਕਿ ਜਿਸ ਟਾਈਮ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੇ ਕਿਹਾ ਕਿ ਨੌਜਵਾਨ ਪਕੌੜੇ ਤਲਣ, ਤਾਂ ਉਦੋਂ ਵੀ ਇਹ ਗੱਲ ਚੱਲੀ ਸੀ। ਹੁਣ ਵੀ ਜਦੋਂ ਇਹ ਮੁੰਡਿਆਂ ਨੂੰ ਅਸੀਂ ਦੇਖਦੇ ਹੈਗੇ ਹਾਂ ਤਾਂ ਬਹੁਤੇ ਲੋਕਾਂ ਦਾ ਇੱਕ ਪੱਖ ਹੁੰਦਾ, ਉਹ ਕਹਿੰਦੇ ਨੇ ਕਿ ਕਿਰਤ ਕਰਨਾ ਮਾੜੀ ਗੱਲ ਨਹੀਂ। ਜੇ ਪੜ੍ਹੇ ਲਿਖੇ ਹੈ, ਜੇ ਉਹਨਾਂ ਨੂੰ ਨੌਕਰੀ ਨਹੀਂ ਮਿਲੀ, ਜੇ ਰੁਜ਼ਗਾਰ ਕਰ ਰਹੇ ਨੇ, ਆਪਦਾ ਕੰਮ ਕਰ ਰਹੇ ਨੇ, ਤਾਂ ਇਸ ਦੇ ਵਿੱਚ ਕੀ ਹਰਜ਼ ਹੈਗਾ। ਪਰ ਮੈਂ ਇਸ ਨੂੰ ਇਸ ਨਜ਼ਰ ਤੋਂ ਲੈਣਾ ਕਿ ਕਿਰਤ, ਬਾਬੇ ਨਾਨਕ ਨੇ ਵੀ ਕਿਹਾ ਕਿਰਤ ਕਰੋ ਵੰਡ ਛਕੋ, ਪਰ ਛਕਦੇ ਕੌਣ ਹੈ? ਇੱਕ ਤਾਂ ਇਹ ਗੱਲ ਹੈ। ਦੂਜਾ ਕਿਰਤ ਹੈ, ਉਹ ਕਿਰਤ ਇਕੱਲੀ ਗਰੀਬਾਂ ਦੇ ਹਿੱਸੇ ਕਿਉਂ ਆਈ ਹੈ? ਅਸੀਂ ਗਰੀਬ ਨੂੰ ਨਸੀਹਤ ਦੇ ਰਹੇ ਕਿ ਤੂੰ ਕਿਰਤ ਕਰ। ਵਜ਼ੀਰਾਂ ਦੇ, ਅਫਸਰਾਂ ਦੇ ਹੋਰ ਮੁੰਡੇ ਕਿਰਤ ਕਿਉਂ ਨਹੀਂ ਕਰਦੇ ਫਿਰ? ਇਹ ਹੁਣ ਤੁਸੀਂ ਆਤਿਸ਼ ਇਹ ਦੇਖ ਦੋ ਕਿ ਵੀ ਇੱਕ ਡਾਕਟਰ ਹੈ ਜਾਂ ਇੱਕ PhD ਲੜਕਾ ਹੈਗਾ, ਉਹ ਯੋਗਤਾ ਕਰਦਾ ਇੱਕ ਲੈਕਚਰਾਰ ਦੀ, ਉਹਦੀ ਪਰ ਇੱਕ ਦਿਨ ਦੀ ਜਿਹੜੀ ਸਕਿੱਲ ਦੀ ਉਹਦੀ ਕਮਾਈ ਹੈ ਉਹ 3,000 ਅਸੀਂ ਮਿਥ ਲੈਂਦੇ ਹਾਂ। ਜੇ ਅਸੀਂ ਉਹਨੂੰ 3,000 ਦੀ ਸਕਿੱਲ ਦਾ ਉਹਦਾ ਫਾਇਦਾ ਲੈਣ ਦੀ ਥਾਂ ਉਹਨੂੰ 300 ਰੁਪਏ ਦੀ ਦਿਹਾੜੀ ਤੋਂ ਕੀ ਵਾਜਬ ਹੋਏਗਾ? ਅਸੀਂ ਜਿਹੜੀ ਉਹਦੀ ਯੋਗਤਾ ਬਣਦੀ ਹੈ, ਉਸ ਦੀ ਯੋਗਤਾ ਦੇ ਮੁਤਾਬਕ ਉਸ ਨੂੰ ਸਾਨੂੰ ਕੰਮ ਦੇਣਾ ਚਾਹੀਦਾ। ਅਸੀਂ ਕੰਮ ਦੇ ਹੀ ਨਹੀਂ ਸਕੇ ਇੱਥੇ। ਅੱਜ ਮੁੰਡੇ ਸਾਡੇ ਬਾਹਰ ਕਿਉਂ ਜਾ ਰਹੇ ਨੇ? ਜੇ ਪੰਜਾਬ ਦੇ ਵਿਹੜੇ ਦੇ ਵਿੱਚ ਸਭ ਕੁਝ ਠੀਕ ਹੈ, ਸਭ ਅੱਛਾ ਚੱਲ ਰਿਹਾ ਹੈਗਾ, ਅਸੀਂ ਰੁਜ਼ਗਾਰ ਘਰ ਘਰ ਪਹੁੰਚਾ ਰਹੇ ਹੈਗੇ ਹਾਂ, ਤਾਂ ਮੁੰਡੇ ਬਾਹਰ ਕਿਉਂ ਜਾ ਰਹੇ ਨੇ? 2.5 ਲੱਖ ਮੁੰਡਾ ਪੰਜਾਬ ਦਾ ਜਿਹੜਾ ਹੈਗਾ ਉਹ ਵਿਦੇਸ਼ਾਂ ਸਟੱਡੀ ਵੀਜ਼ੇ ਤੁਰਿਆ ਫਿਰਦਾ ਹੈ। ਮਾਪੇ, ਮੈਂ ਮਾਲ ਵਿੱਚ ਦੇਖਿਆ ਆਪ ਇਹ ਕਿ ਮਾਪੇ ਤਾਂ ਆਪਣੀਆਂ ਜ਼ਮੀਨਾਂ ਵੇਚ ਕੇ, ਮਾਵਾਂ ਦੇ ਗਹਿਣੇ ਵੇਚ ਕੇ ਫਿਰ ਮੁੰਡਿਆਂ ਨੂੰ ਬਾਹਰ ਤੋਰਦੇ ਹੈਗੇ ਨੇ, ਠੀਕ ਹੈ। ਜੇ ਇੱਥੇ ਠੀਕ ਹੁੰਦਾ ਤਾਂ ਸੁਸਾਈਡ ਕਿਉਂ ਕਰਨਾ? ਥੋੜ੍ਹੇ ਦਿਨ ਪਹਿਲਾਂ ਉੱਥੇ ਗੁਰਨੇ ਕਲਾਂ ਪਿੰਡ ਹੈ, ਸ਼ਾਇਦ ਗੁਰਨੇ ਜਾਂ ਕੋਈ ਹੋਰ ਹੈ ਮਾਨਸਾ 'ਚ, ਉੱਥੇ ਇੱਕ ਨੌਜਵਾਨ ਹੈ, ਬੱਚਾ ਹੈਂਡੀਕੈਪ ਹੈ, ਦਲਿਤਾਂ ਦਾ ਮੁੰਡਾ ਹੈਗਾ, ਠੀਕ ਹੈ, 2 ਵਾਰੀ ਟੈਟ ਪਾਸ ਕੀਤਾ ਹੈ, ਪੋਸਟ ਗ੍ਰੈਜੂਏਟ ਹੈ, ਸੁਸਾਈਡ ਕਰ ਗਿਆ। ਸੁਸਾਈਡ ਕਿਉਂ ਹੋਣ? ਜੇ ਟੈਂਕੀਆਂ 'ਤੇ ਕਿਉਂ ਚੜ੍ਹਨ, ਸੜਕਾਂ 'ਤੇ ਕਿਉਂ ਆਉਣ ਮੁੰਡੇ? ਕਿਤੇ ਨਾ ਕਿਤੇ ਗੜਬੜ ਤਾਂ ਹੈਗੀ ਹੈ ਨਾ, ਕਿ ਜੋ ਸ਼ੀਸ਼ਾ ਦਿਖਾ ਰਹੀ ਸਰਕਾਰ ਉਹ ਹੋਰ ਹੈ, ਪ੍ਰੈਕਟੀਕਲੀ ਕੋਈ ਗੱਲ ਹੋਰ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਦਾ ਕੀਤਾ ਵਾਅਦੇ ਸੰਬੰਧੀ ਬਹੁਤ ਵਿਸਤਾਰਪੂਰਵਕ ਦੱਸਿਆ। ਬਹੁਤ ਵਧੀਆ ਦੱਸਿਆ ਵੀ ਕਿ ਜਿਹੜੇ ਸਰਕਾਰ ਵੱਲੋਂ ਰੁਜ਼ਗਾਰ ਦਿੱਤੇ ਜਾ ਰਹੇ ਆ, ਅਸਲ 'ਚ ਉਹ ਰੁਜ਼ਗਾਰ ਕੌਣ ਲੁੱਟ ਰਹੇ ਨੇ, ਉਹ ਕੌਣ ਲੋਕ ਨੇ ਜਿਹੜੇ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਨੌਕਰੀਆਂ ਹਾਸਲ ਕਰ ਰਹੇ ਨੇ। ਕੱਲ੍ਹ ਨੂੰ ਇਸ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।